हाँ जी बेटा, ਤੁਹਾਡਾ ਸਾਰਿਆਂ ਦਾ ਡਾਊਟ ਹੈਗਾ ਹੀ ਕਿ ਐਗਜ਼ਾਮਪਲ ਨੰਬਰ 4B ਦੀਆਂ ਐਗਜ਼ਾਮਪਲਸ ਤੁਹਾਡੇ ਸਮਝ ਨਹੀਂ ਆਉਣ ਡਈਆਂ। ਓਕੇ, ਅੱਜ ਬੇਟਾ ਉਹ ਆਪਾਂ ਕਰਦੇ ਪਏ ਹਾਂ। ਕੁਛ ਮਿਸਪ੍ਰਿੰਟਿੰਗ ਵੀ ਹੈਗੀ ਹੈ, ਜਿੱਥੇ ਮੈਂ ਪੁਆਇੰਟ ਆਊਟ ਕਰੂੰਗਾ ਤੁਸੀਂ ਸਹੀ ਕਰ ਲਿਓ, ਠੀਕ ਹੈ। ਹੁਣ ਸਭ ਤੋਂ ਪਹਿਲੇ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਆਪਾਂ ਨੂੰ ਆਹ ਵਾਲਾ ਇੰਟੀਗਰਲ ਗਿਵਨ ਹੈ, ਅਤੇ ਆਪਾਂ ਚੈੱਕ ਕਰਨਾ ਕਿ ਇਹ ਕਨਵਰਜੈਂਟ ਹੈ ਕਿ ਡਿਵਰਜੈਂਟ ਆ। ਓਕੇ, ਡਾਇਰੈਕਟ ਇੰਟੀਗ੍ਰੇਸ਼ਨ ਇੱਥੇ ਪੋਸੀਬਲ ਨਹੀਂ ਹੈਗੀ, ਇਸ ਕਰਕੇ ਆਪਾਂ ਇੱਥੇ ਕੰਪੈਰੀਜ਼ਨ ਟੈਸਟ ਲਗਾ ਰਹੇ ਹਾਂ। ਓਕੇ, ਹੁਣ ਕੰਪੈਰੀਜ਼ਨ ਟੈਸਟ ਲਗਾਉਣ ਲੱਗਿਆਂ ਸਭ ਤੋਂ ਪਹਿਲਾਂ ਆਪਾਂ ਨੂੰ ਐਫ ਐਕਸ ਗਿਵਨ ਹੈਗਾ ਵਾ log of x ਓਵਰ ਐਕਸ ਸਕੁਏਅਰ। ਆ ਮੇਰਾ ਐਫ ਆਫ ਐਕਸ ਹੈਗਾ ਵਾ। ਓਕੇ, ਜਿਹੜੀ ਆਹ ਚੀਜ਼ ਅੱਗੇ ਲਿਖੀ ਆ ਬੇਟਾ, ਇਹ ਮਿਸਪ੍ਰਿੰਟਿੰਗ ਹੈਗੀ ਆ, ਠੀਕ ਆ। ਇਹ ਅਗਲੇ ਸਟੈਪ 'ਚ ਆਉਣੀ ਚਾਹੀਦੀ ਸੀ, ਇੱਥੇ ਕਰਕੇ ਇਹ ਪਹਿਲਾਂ ਲਿਖਤੀ ਚੰਗਾ ਇਹਨਾਂ ਨੇ, ਠੀਕ ਹੈ। ਹੁਣ ਐਫ ਆਫ ਐਕਸ ਮੇਰਾ ਹੈਗਾ ਵਾ log of x ਓਵਰ ਐਕਸ ਸਕੁਏਅਰ। ਇਸ ਕੁਐਸਚਨ ਦੇ ਵਿੱਚ ਮੈਂ ਆਪਣਾ ਫਾਈ ਆਫ ਐਕਸ ਲੈਟ ਕਰ ਲਿਆ 1 ਓਵਰ ਐਕਸ ਕਿਊਬ, ਜਾਂ ਫਿਰ x ਦੀ ਪਾਵਰ 3/2, ਠੀਕ। ਮੈਂ ਆਪਣਾ ਲੈਟ ਕਰ ਲਿਆ ਫਾਈ ਆਫ ਐਕਸ। ਕੁਛ ਕੁ ਕੁਐਸਚਨਸ ਦੇ ਵਿੱਚ ਬੇਟਾ ਤੁਹਾਨੂੰ ਫਾਈ ਆਫ ਐਕਸ ਯਾਦ ਵੀ ਰੱਖਣਾ ਪੈਣਾ, ਠੀਕ ਆ। ਇਸ ਕੁਐਸਚਨ 'ਚ ਮੈਂ ਲੈਟ ਕਰ ਲਿਆ ਕਿ ਮੇਰਾ ਫਾਈ ਆਫ ਐਕਸ ਕਿੰਨਾ ਵਾ 1 ਓਵਰ ਐਕਸ ਦੀ ਪਾਵਰ 3/2। ਹੁਣ ਆਪਾਂ ਨੈਕਸਟ ਲੱਭਣਾ ਕੀ ਹੁੰਦਾ ਵਾ, ਆਪਾਂ ਨੈਕਸਟ ਲੱਭਣਾ ਹੁੰਦਾ ਵਾ ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ ਆਫ ਐਫ ਆਫ ਐਕਸ ਓਵਰ ਫਾਈ ਆਫ ਐਕਸ, ਆਪਾਂ ਇਹ ਲੱਭਣਾ ਹੁੰਦਾ ਵਾ। ਓਕੇ, ਹੁਣ ਜਦੋਂ ਆਪਾਂ ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ ਐਫ ਆਫ ਐਕਸ ਓਵਰ ਫਾਈ ਆਫ ਐਕਸ ਲੱਭਾਂਗੇ, ਠੀਕ। ਅਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਆਹ ਚੀਜ਼ ਆਉਣੀ ਹੈ, ਠੀਕ ਆ। ਆਹ ਚੀਜ਼ ਆਉਣੀ ਹੈ, ਇਹ ਅਸਲ 'ਚ ਇਹਦੇ ਤੋਂ ਪਹਿਲਾਂ ਆਉਣੀ ਸੀ, ਇੱਥੇ ਆਉਣੀ ਸੀ। ਆਪਾਂ ਜਦੋਂ ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ ਐਫ ਆਫ ਐਕਸ ਓਵਰ ਫਾਈ ਆਫ ਐਕਸ ਲੱਭਿਆ, ਅਤੇ ਆਪਣੇ ਕੋਲ ਸੋਲਵ ਕਰਕੇ ਆਂਸਰ ਆ ਗਿਆ 0। ਆਹ 0 ਆਂਸਰ ਕਿੱਥੋਂ ਆਇਆ? ਇਸ ਸਟੈਪ ਤੋਂ। ਹੁਣ ਵੇਖੋ ਧਿਆਨ ਨਾਲ, ਜੇ ਆਪਾਂ ਆਪਣੇ ਕੋਲ ਆਹ ਚੀਜ਼ ਬਣੀ log of x ਓਵਰ ਸਕੁਏਅਰ ਰੂਟ ਆਫ x, ਆਹ ਚੀਜ਼ ਬਣੀ, ਐਡਾ ਮੈਂ ਸਰਕਲ ਜਿਹਾ ਮਾਰਿਆ ਵਾ, ਇਸ ਸਟੈਪ ਤੱਕ ਆਹ ਚੀਜ਼ ਬਣੀ ਆਪਣੇ ਕੋਲ। ਹੁਣ ਜਦੋਂ ਆਪਾਂ x ਦੀ ਥਾਂ 'ਤੇ ਇਨਫਿਨਿਟੀ ਪੁੱਟ ਕਰਦੇ ਹਾਂ, ਤਾਂ ਇਹ ਕੀ ਬਣ ਗਿਆ? ਇਹ ਬਣ ਗਿਆ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ। log ਇਨਫਿਨਿਟੀ ਵੀ ਇਨਫਿਨਿਟੀ ਹੁੰਦਾ ਵਾ ਨਾ। ਹੁਣ ਜੇ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਬਣ ਰਿਹਾ, ਤਾਂ ਆਪਾਂ ਕੀ ਕਰਦੇ ਹਾਂ? ਐਲ'ਹੋਸਪਿਟਲ ਮੈਥਡ ਲਾਉਂਦੇ ਹਾਂ। log x ਦੀ ਡਿਫਰੈਂਸ਼ੀਏਸ਼ਨ 1 ਓਵਰ x, ਡਿਨੋਮੀਨੇਟਰ ਨੂੰ ਆਪਾਂ ਡਿਫਰੈਂਸ਼ੀਏਟ ਕੀਤਾ, ਠੀਕ ਹੈ। ਡਿਨੋਮੀਨੇਟਰ ਦੀ ਡਿਫਰੈਂਸ਼ੀਏਸ਼ਨ ਇੰਨੀ ਹੋ ਗਈ। ਜਦੋਂ ਇਹਨੂੰ ਤੁਸੀਂ ਸਿੰਪਲੀਫਾਈ ਕਰ ਲਓਗੇ ਨਾ, ਤਾਂ ਸਿੰਪਲੀਫਾਈ ਕਰਕੇ ਆਪਣਾ ਆਂਸਰ ਆਉਂਦਾ ਵਾ, ਜਦੋਂ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਬਣਦਾ ਵਾ, ਇਹਨੂੰ ਸਿੰਪਲੀਫਾਈ ਕਰਕੇ ਆਂਸਰ ਆ ਗਿਆ 2 ਓਵਰ ਸਕੁਏਅਰ ਰੂਟ ਆਫ ਐਕਸ। ਕਲੀਅਰ? ਮੈਂ ਦੁਬਾਰਾ ਕਰਕੇ ਇੱਥੇ ਸੋਲਵ ਦਿਖਾ ਦਿੰਦਾ ਵਾਂ, ਧਿਆਨ ਦਿਓ। ਹਾਂਜੀ ਬੇਟਾ ਧਿਆਨ ਦਿਓ, ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਨਾ, ਠੀਕ ਆ, ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਬਣ ਗਿਆ, ਠੀਕ ਆ। ਆਪਾਂ ਐਲ'ਹੋਸਪਿਟਲ ਮੈਥਡ ਲਾ ਕੇ ਨਿਊਮਰੇਟਰ ਨੂੰ ਡਿਫਰੈਂਸ਼ੀਏਟ ਕੀਤਾ, ਡਿਨੋਮੀਨੇਟਰ ਨੂੰ ਡਿਫਰੈਂਸ਼ੀਏਟ ਕੀਤਾ, ਐਟ ਦਾ ਲਾਸਟ ਆਪਣੇ ਕੋਲ ਬਣ ਗਿਆ 2 ਓਵਰ ਸਕੁਏਅਰ ਰੂਟ ਆਫ ਐਕਸ। ਜਦੋਂ ਆਪਾਂ ਐਕਸ ਦੀ ਜਗ੍ਹਾ 'ਤੇ ਇਨਫਿਨਿਟੀ ਪੁੱਟ ਕੀਤਾ, ਆਂਸਰ ਆ ਗਿਆ 0। ਓਕੇ, ਕਲੀਅਰ ਲੱਗੀ ਸਮਝ ਇੱਥੋਂ ਤੱਕ ਬੇਟਾ? ਓਕੇ, ਲੋੜ ਹੈ ਤਾਂ ਇਹਦਾ ਸਕਰੀਨਸ਼ਾਟ ਲੈ ਲਓ, ਠੀਕ ਹੈ ਤੁਸੀਂ। ਓਕੇ, ਹੁਣ ਨੈਕਸਟ ਆਪਾਂ ਇਹੋ ਰਿਜ਼ਲਟ ਯੂਜ਼ ਕੀਤਾ ਵਾ, ਠੀਕ, ਕਿ ਇਹਨੂੰ ਸੋਲਵ ਕਰਕੇ ਮੇਰਾ ਆਂਸਰ ਕੀ ਆਉਂਦਾ ਪਿਆ ਵਾ? ਇਹਨੂੰ ਸੋਲਵ ਕਰਕੇ ਮੇਰਾ ਆਂਸਰ ਆਉਂਦਾ ਪਿਆ ਵਾ 0 ਇੱਥੇ ਇਸ ਸਟੈਪ 'ਤੇ, ਠੀਕ ਆ। ਹੁਣ ਜਿਹੜਾ ਆਂਸਰ ਮੇਰਾ 0 ਆਇਆ ਵਾ, ਠੀਕ ਆ, ਕੰਪੈਰੀਜ਼ਨ ਟੈਸਟ ਦੇ ਅਕੋਰਡਿੰਗ ਕੀ ਕਰਨਾ ਵਾ? ਇਹ ਜਾਂ ਤਾਂ ਦੋਵੇਂ ਕਨਵਰਜ ਕਰਨਗੇ ਇੰਟੀਗਰਲ, ਜਾਂ ਤਾਂ ਦੋਵੇਂ ਡਿਵਰਜ ਕਰਨਗੇ। ਹੁਣ ਜੇ ਤਾਂ ਆਪਾਂ ਇਹਦੇ ਵੱਲ ਵੇਖੀਏ, ਮੇਰੇ ਫਾਈ ਆਫ ਐਕਸ ਵੱਲ, ਮੇਰਾ ਫਾਈ ਆਫ ਐਕਸ ਕੌਣ ਆ? 1 ਓਵਰ ਐਕਸ ਦੀ ਪਾਵਰ 3/2, ਠੀਕ ਆ। ਇਹ ਕੀ ਕਰਦਾ ਵਾ? ਇਹ ਕਨਵਰਜ ਕਰਦਾ ਵਾ, ਠੀਕ ਆ, ਬਾਏ ਪੀ ਟੈਸਟ। ਇਹਦਾ ਮਤਲਬ ਕਿ ਮੇਰੇ ਜਿਹੜਾ ਗਿਵਨ ਕੁਐਸਚਨ ਹੈਗਾ ਵਾ, ਮੇਰਾ ਗਿਵਨ ਕੁਐਸਚਨ ਕੀ ਕਰਦਾ ਵਾ? ਕਨਵਰਜ ਕਰਦਾ ਵਾ ਐਟ ਇਨਫਿਨਿਟੀ। ਕਲੀਅਰ ਲੱਗੀ ਸਮਝ ਬੇਟਾ? ਸੈਕਿੰਡ ਕੁਐਸਚਨ ਬੇਟਾ ਆਪਣਾ ਹੈਗਾ ਸੀ, ਜਿਹਦੇ ਵਿੱਚ ਆਪਾਂ ਚੈੱਕ ਕਰਨਾ ਕਿ ਆਹ ਵਾਲਾ ਇੰਟੀਗਰਲ ਕਨਵਰਜ ਕਰਦਾ ਕਿ ਡਿਵਰਜ ਕਰਦਾ ਵਾ, ਠੀਕ। ਹੁਣ ਇੱਥੇ ਮੇਰਾ ਐਫ ਆਫ ਐਕਸ ਹੈਗਾ ਵਾ ਐਕਸ ਦੀ ਪਾਵਰ n ਅਤੇ ਈ ਰੇਸ ਟੂ ਪਾਵਰ -x। ਮੈਂ ਇੱਥੇ ਲੈਟ ਕਰ ਲਿਆ ਆਪਣਾ ਫਾਈ ਆਫ ਐਕਸ 1 ਓਵਰ ਐਕਸ ਸਕੁਏਅਰ, ਯਾਦ ਰੱਖਣਾ ਪੈਣਾ ਤੁਹਾਨੂੰ, ਠੀਕ ਆ। ਮੈਂ ਆਪਣਾ ਫਾਈ ਆਫ ਐਕਸ ਲੈਟ ਕਰ ਲਿਆ 1 ਓਵਰ ਐਕਸ ਸਕੁਏਅਰ। ਲਿਮਿਟ n ਅਪਰੋਚਿਸ ਟੂ ਇਨਫਿਨਿਟੀ ਐਕਸ ਅਪਰੋਚਿਸ ਟੂ ਇਨਫਿਨਿਟੀ ਐਫ ਆਫ ਐਕਸ ਓਵਰ ਫਾਈ ਆਫ ਐਕਸ। ਜਦੋਂ ਆ ਫਾਈਂਡ ਕੀਤੇ, ਇੱਥੇ ਲਿਮਿਟ ਲਿਖਣਾ ਆਪਾਂ ਚੰਗਾ, ਇੱਥੇ ਮਿਸਪ੍ਰਿੰਟਿੰਗ ਹੈਗੀ ਆ, ਇੱਥੇ ਲਿਖ ਲਓ। ਜਦੋਂ ਮੈਂ ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ ਐਫ ਆਫ ਐਕਸ ਓਵਰ ਫਾਈ ਆਫ ਐਕਸ ਲੱਭਾਂਗਾ, ਓਕੇ, ਅਤੇ ਦੇਖੋ ਧਿਆਨ ਨਾਲ, ਆਹ ਚੀਜ਼ ਬਣ ਗਈ। ਓਕੇ, ਹੁਣ ਇਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ, ਐਕਸ ਦੀ ਪਾਵਰ n+2 ਓਵਰ ਈ ਰੇਸ ਟੂ ਪਾਵਰ ਐਕਸ,
ਹੁਣ ਜੇ मैं x की जगह तो इन्फिनिटी पुट करा तो ये बन गया इन्फिनिटी और इन्फिनिटी फॉर्म। एल हॉस्पिटल मैथड लाइए ना आप, जिन्ना चिर इन्फिनिटी और इन्फिनिटी फॉर्म ना बने बंद ना हो जाए। ठीक है, ਹੁਣ ਜਦੋਂ ਆਪਾਂ ਇੱਥੇ ਡਿਫਰੈਂਸ਼ੀਏਟ ਕਰੀ ਜਾਵਾਂਗੇ ਨਿਊਮਰੇਟਰ ਨੂੰ ਵੀ ਅਤੇ ਡਿਨੋਮੀਨੇਟਰ ਨੂੰ ਵੀ, ਨਿਊਮਰੇਟਰ 'ਚ ਆਹ ਚੀਜ਼ ਆ ਜਾਣੀ ਹੈ, ਡਿਨੋਮੀਨੇਟਰ 'ਚ ਇਹੋ ਚੀਜ਼ ਰਹਿਣੀ ਆ। ਠੀਕ ਹੈ, ਡਿਫਰੈਂਸ਼ੀਏਟ ਕਰਕੇ ਜਦੋਂ ਬਾਰ-ਬਾਰ ਤੁਸੀਂ ਦੇਖੀ ਜਾਓਗੇ, ਇੱਕ ਵਾਰ ਡਿਫਰੈਂਸ਼ੀਏਟ ਕੀਤਾ, 2 ਵਾਰ ਕੀਤਾ, 3 ਵਾਰ ਕੀਤਾ, ਇਨਫਿਨਿਟੀ ਔਰ ਇਨਫਿਨਿਟੀ ਫਾਰਮ ਬਣੀ ਜਾਂਦਾ ਵਾ। ਜਿੰਨਾ ਚਿਰ ਤੱਕ ਆਪਾਂ ਡਿਫਰੈਂਸ਼ੀਏਟ n+2 ਵਾਰੀ ਨਾ ਕਰ ਲਈਏ ਨਾ, ਇਹ ਚੀਜ਼ ਆਈ ਜਾਣੀ ਆ। ਐਟ ਦਾ ਲਾਸਟ ਆਪਣੇ ਕੋਲ ਆਨਸਰ ਆ ਗਿਆ ਡਿਫਰੈਂਸ਼ੀਏਟ ਕਰਨ ਤੋਂ ਬਾਅਦ 'ਚ ਨਿਊਮਰੇਟਰ 'ਚ ਆ ਗਿਆ n+2 ਦਾ ਫੈਕਟੋਰੀਅਲ, ਡਿਨੋਮੀਨੇਟਰ 'ਚ ਆ ਗਿਆ e⁻x। ਜਦੋਂ ਆਪਾਂ x ਦੀ ਜਗ੍ਹਾ 'ਤੇ ਇਨਫਿਨਿਟੀ ਪੁੱਟ ਕਰਾਂਗੇ e⁻ਇਨਫਿਨਿਟੀ ਇਨਫਿਨਿਟੀ ਹੁੰਦਾ ਵਾ। ਓਕੇ, ਅਤੇ ਸਮਥਿੰਗ ਓਵਰ ਇਨਫਿਨਿਟੀ ਕੀ ਆਨਸਰ ਆ ਗਿਆ 0। ਕਲੀਅਰ? ਇਹਦਾ ਮਤਲਬ ਕਿ ਜਦੋਂ ਆਪਾਂ ਲਿਮਿਟ x ਅਪਰੋਚਿਸ ਟੂ ਇਨਫਿਨਿਟੀ f(x) ਓਵਰ φ(x) ਮੰਨਾਂਗੇ ਤਾਂ ਆਪਣਾ ਆਨਸਰ ਕਿੰਨਾ ਆ ਗਿਆ 0। ਹੁਣ φ(x) ਜਿਹੜਾ ਆਪਾਂ ਆਪਣੇ ਕੋਲੋਂ ਮੰਨਿਆ ਉਹ ਕਿੱਦਾਂ ਦਾ ਇੰਟੀਗਰਲ ਆ, ਉਹ ਹੈਗਾ ਕਨਵਰਜੈਂਟ ਬਾਈ ਪੀ ਟੈਸਟ। ਇਹਦਾ ਮਤਲਬ ਕਿ ਜਿਹੜਾ ਮੇਰਾ ਗਿਵਨ f(x) ਹੈਗਾ ਵਾ ਉਹ ਵੀ ਕੀ ਕਰੂਗਾ, ਕਨਵਰਜ ਕਰੂਗਾ। ਕਲੀਅਰ ਬੇਟਾ ਇੱਥੋਂ ਤੱਕ? ਓਕੇ, ਥਰਡ ਐਗਜ਼ਾਮਪਲ ਬੇਟਾ ਮੇਰੀ ਹੈਗੀ। ਥਰਡ ਐਗਜ਼ਾਮਪਲ ਦੇ ਵਿੱਚ ਮੈਨੂੰ ਆਹ ਕੁਐਸਚਨ ਗਿਵਨ ਆ। ਠੀਕ ਆ, sin²x, ਠੀਕ ਆ, sin²x ਓਵਰ x² ਲਿਮਿਟਸ ਹੈਗੀਆਂ 0 to ਇਨਫਿਨਿਟੀ। ਠੀਕ ਆ, ਹੁਣ ਇਹਨੂੰ ਬ੍ਰੇਕ ਕਰਨਾ ਪਿਆ ਦੋ ਹਿੱਸਿਆਂ 'ਚ, 0 to 1 ਅਤੇ 1 to ਇਨਫਿਨਿਟੀ। ਬ੍ਰੇਕ ਕਾਹਤੋਂ ਕਰਨਾ ਪਿਆ ਬੇਟਾ, ਧਿਆਨ ਨਾਲ ਸੁਣ ਲਓ। ਹੁਣ ਇੱਥੇ ਜੇ ਮੈਂ x ਦੀ ਥਾਂ 'ਤੇ 0 ਪੁੱਟ ਕਰਾਂ ਡਿਨੋਮੀਨੇਟਰ ਦੇ ਵਿੱਚ ਅਤੇ ਇਨਫਿਨਿਟੀ ਆਉਂਦਾ ਹੀ, ਮੇਰੇ ਮਨ 'ਚ ਮਤਲਬ ਇੱਕ ਡਾਊਟ ਹੈਗਾ ਸੀ ਕਿ ਹੋ ਸਕਦਾ ਵਾ ਕਿ x=0 ਵੀ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੋਵੇ। ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਕਿਹਨੂੰ ਆਉਂਦੇ ਆ? ਉਹ ਵਾਲਾ ਪੁਆਇੰਟ ਜਿੱਥੇ ਮੇਰਾ ਫੰਕਸ਼ਨ ਇਨਫਿਨਿਟੀ ਬਣ ਸਕਦਾ ਹੋਵੇ। ਠੀਕ ਆ, ਬਣਦਾ ਨਹੀਂ ਬਣਦਾ ਉਹ ਵੱਧ ਦੀ ਗੱਲ ਆ, ਬਣ ਸਕਦਾ ਹੋਵੇ, ਉਹਨੂੰ ਮੈਂ ਕਹਿੰਦਾ ਵਾਂ ਕਿ ਉਹ ਹੈਗਾ ਵਾ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ। ਠੀਕ ਆ, ਇਸ ਕਰਕੇ 0 'ਤੇ ਮੇਰਾ ਫੰਕਸ਼ਨ ਇਨਫਿਨਾਈਟ ਬਣ ਸਕਦਾ ਵਾ। ਇਸ ਕਰਕੇ ਮੈਂ ਆਪਣੇ ਜਿਹੜਾ ਇੰਟੀਗਰਲ ਹੈ ਇਹਨੂੰ ਦੋ ਹਿੱਸਿਆਂ 'ਚ ਤੋੜ ਲਿਆ, ਇੱਕ 0 to 1 ਅਤੇ ਇੱਕ 1 ਤੋਂ ਲੈ ਕੇ ਇਨਫਿਨਿਟੀ। ਹੁਣ ਜਿਹੜਾ 0 ਤੋਂ ਲੈ ਕੇ 1 ਹੈਗਾ ਵਾ ਫੰਕਸ਼ਨ, ਠੀਕ ਆ, ਲਿਮਿਟਸ ਕੀ ਹੈਗੀਆਂ ਵਾ, ਫਾਈਨਾਈਟ। ਠੀਕ ਹੈ, ਅਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜੇ ਲਿਮਿਟਸ ਫਾਈਨਾਈਟ ਹੋਣ, ਠੀਕ ਆ, ਇਹਦੀ ਗੱਲ ਹੀ ਕਰ ਲੈਂਦੇ ਆਪਾਂ, ਜੇ ਲਿਮਿਟਸ ਫਾਈਨਾਈਟ ਹੋਣ ਅਤੇ ਫਿਰ ਉਹਨੂੰ ਕਹਿੰਦੇ ਆ ਇੰਪਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ। ਇਹਦਾ ਮਤਲਬ ਕਿ ਆਹ ਜਿਹੜਾ ਹੁਣ ਪਹਿਲਾ ਫੰਕਸ਼ਨ ਹੈਗਾ ਵਾ, ਹੋ ਸਕਦਾ ਕਿ ਇੰਪਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ ਹੋਵੇ, ਹੈਗਾ ਨਹੀਂ ਆ, ਹੋ ਸਕਦਾ ਵਾ। ਅਤੇ ਆਹ ਜਿਹੜਾ ਹੁਣ ਸੈਕਿੰਡ ਇੰਟੀਗਰਲ I2 ਬਣਿਆ ਵਾ, ਇਹ ਤਾਂ ਹੈਗਾ ਹੀ ਆ ਇੰਪਰੋਪਰ ਇੰਟੀਗਰਲ ਆਫ ਫਸਟ ਕਾਈਂਡ। ਕਿਉਂ? ਕਿਉਂਕਿ ਲਿਮਿਟ ਇਨਫਿਨਾਈਟ ਹੈ ਨਾ ਇੱਥੇ। ਹੁਣ ਜਿਹੜਾ I1 ਹੈਗਾ ਵਾ, ਆ ਪਹਿਲੇ ਨੂੰ ਆਪਾਂ I1 ਕਹਿਤਾ, ਦੂਜੇ ਨੂੰ ਆਪਾਂ I2 ਕਹਿਤਾ। ਹੁਣ I1 ਦੇ ਵਿੱਚ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਕਿਹੜਾ ਹੋ ਸਕਦਾ? 0 ਹੋ ਸਕਦਾ ਵਾ। ਇਸ ਕਰਕੇ ਇਹਦੇ ਵਿੱਚ ਆਪਾਂ ਲਿਮਿਟ x ਅਪਰੋਚਿਸ ਟੂ 0 ਆਫ sin²x ਓਵਰ x² ਕੀਤਾ। ਠੀਕ ਹੈ, ਲਿਮਿਟ x ਅਪਰੋਚਿਸ ਟੂ 0। ਹੁਣ ਲਿਮਿਟ x ਅਪਰੋਚਿਸ ਟੂ 0, ਹੁਣ ਤੁਸੀਂ ਸੋਚੋਗੇ ਕਿ ਪਹਿਲਾਂ ਤਾਂ ਆਪਾਂ ਇਨਫਿਨਿਟੀ ਪੁੱਟ ਕਰਦੇ ਰਹੇ, ਹੁਣ 0 ਕਾਹਤੋਂ ਪੁੱਟ ਕਰਨ ਡੇ? 0 ਬੇਟਾ ਆਪਾਂ ਇਸ ਕਰਕੇ ਪੁੱਟ ਕਰਨ ਡੇ ਕਿਉਂਕਿ ਆਪਾਂ I1 ਨੂੰ ਸੋਲਵ ਕਰਨ ਡੇ। I1 ਦੇ ਵਿੱਚ ਇਨਫਿਨਿਟੀ ਤਾਂ ਹੈ ਨਹੀਂ ਆ। ਇਸ ਪੁਆਇੰਟ 'ਤੇ ਸਿਰਫ ਉਹ ਨੰਬਰ ਨੂੰ ਆਪਾਂ ਅਪਰੋਚ ਕਰਨਾ ਜਿਹੜਾ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ, ਜਿਹਨੂੰ ਆਪਾਂ ਚੈੱਕ ਕਰਨਾ ਵਾ ਕਿ ਜਿਹੜਾ ਹੋ ਸਕਦਾ ਜਾਂ ਨਹੀਂ ਹੋ ਸਕਦਾ, ਜਿਹਨੂੰ ਆਪਾਂ ਚੈੱਕ ਕਰਨਾ ਚਾਹੁੰਦੇ ਹਾਂ। ਠੀਕ ਹੈ, ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਆਨਸਰ ਆ ਗਿਆ 1। ਤੁਹਾਨੂੰ ਪਤਾ ਕਿ ਲਿਮਿਟ x ਅਪਰੋਚਿਸ ਟੂ 0 sin x ਓਵਰ x ਕਿੰਨਾ ਹੁੰਦਾ? 1। 1 ਦਾ ਸਕੁਅਰ 1 ਹੀ ਹੋਇਆ। ਇਹਦਾ ਮਤਲਬ ਕਿ ਲਿਮਿਟ ਨੂੰ ਸੋਲਵ ਕੀਤੇ ਆਨਸਰ ਆਉਂਦਾ ਪਿਆ ਵਾ ਫਾਈਨਾਈਟ। ਜੇ ਲਿਮਿਟ ਨੂੰ ਸੋਲਵ ਕੀਤਿਆਂ ਆਪਾਂ ਕੰਪੈਰੀਜ਼ਨ ਟੈਸਟ ਬੇਟਾ ਨਹੀਂ ਲਾਇਆ ਅਜੇ ਤੱਕ, ਕਨਫਿਊਜ਼ ਨਾ ਹੋਇਓ ਕਿ ਇੱਥੇ ਕੰਪੈਰੀਜ਼ਨ ਟੈਸਟ ਕਿੱਥੋਂ ਆ ਗਿਆ। ਕੰਪੈਰੀਜ਼ਨ ਟੈਸਟ ਨਹੀਂ ਲਾਇਆ ਹਾਲੇ, ਆਪਾਂ ਸਿਰਫ ਇਹ ਫਾਈਂਡ ਕਰਦੇ ਪਏ ਹਾਂ ਕਿ ਜਿਹੜਾ I1 ਹੈਗਾ ਵਾ ਉਹਦੇ ਵਾਸਤੇ x=0 ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੈਗਾ ਕਿ ਨਹੀਂ ਹੈਗਾ, ਉਹ ਚੈੱਕ ਕਰਨ ਵਾਸਤੇ ਆਪਾਂ ਨੂੰ ਲਿਮਿਟ 'ਤੇ ਪੁੱਟ ਕਰਨੀ ਪੈਣੀ ਸੀ। ਲਿਮਿਟ ਪੁੱਟ ਕਰਕੇ ਜੇ ਤੇ ਆਨਸਰ ਫਾਈਨਾਈਟ ਆ ਜੇ, ਇਹਦਾ ਮਤਲਬ ਕਿ ਸਿਰਫ ਆਪਣੇ ਮਨ ਦਾ ਸ਼ੱਕ ਹੀ ਆ, x=0 ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਨਹੀਂ ਹੈਗੀ। ਅਤੇ ਜੇ ਇਹਨੂੰ ਸੋਲਵ ਕਰਕੇ ਸਪੋਜ਼ ਕਰੋ ਆਪਣਾ ਆਨਸਰ ਆ ਜਾਂਦਾ ਇਨਫਿਨਾਈਟ, ਅਤੇ ਫਿਰ ਇਹਦਾ ਮਤਲਬ ਕਿ x=0 ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੈਗੀ ਆ। ਠੀਕ ਆ, ਅਤੇ ਇਸ ਚੈਪਟਰ 'ਚ ਆਪਣਾ ਕੰਮ ਕੀ ਆ? ਇਸ ਚੈਪਟਰ 'ਚ ਆਪਣਾ ਕੰਮ ਬਸ ਇੰਨਾ ਵਾ ਕਿ ਆਪਾਂ ਚੈੱਕ ਕਰਨਾ ਵਾ ਕਿ ਜਿਹੜੇ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੈਗੇ ਆ ਉਹਨਾਂ 'ਤੇ ਮੇਰਾ ਫੰਕਸ਼ਨ ਕਨਵਰਜ ਕਰਦਾ ਕਿ ਡਿਵਰਜ ਕਰਦਾ। ਇਸੇ ਨੂੰ ਇੰਪਰੋਪਰ ਇੰਟੀਗਰਲ ਕਹਿ ਦਿੰਦੇ ਆ ਕਿ ਆਪਾਂ ਵੈਰੀਫਾਈ ਕਰਕੇ ਚੈੱਕ ਕਰਨਾ ਕਿ ਉਹ ਕਨਵਰਜੈਂਟ ਹੈ ਕਿ ਡਿਵਰਜੈਂਟ ਆ। ਓਕੇ, ਹੁਣ I1 ਦੇ ਵਿੱਚ, ਠੀਕ ਆ, I1 ਦੇ ਵਿੱਚ ਆਪਾਂ ਨੂੰ ਲੱਗਣ ਡਿਆ ਸੀ ਕਿ x=0 ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੈਗਾ ਵਾ, ਪਰ ਜਦੋਂ ਆਪਾਂ ਸੋਲਵ ਕਰਕੇ ਵੇਖਿਆ ਤਾਂ ਆਨਸਰ ਆ ਗਿਆ ਫਾਈਨਾਈਟ। ਇਹਦਾ ਮਤਲਬ ਕਿ I1 ਦੇ ਵਿੱਚ ਕੋਈ ਵੀ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਨਹੀਂ ਹੈਗਾ। ਅਤੇ ਜੇ ਕਿਸੇ ਇੰਟੀਗਰਲ ਦੇ ਵਿੱਚ ਕੋਈ ਵੀ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਨਾ ਹੋਵੇ ਤਾਂ ਉਸ ਇੰਟੀਗਰਲ ਨੂੰ ਕੀ ਕਹਿੰਦੇ ਆ? ਪ੍ਰੋਪਰ ਇੰਟੀਗਰਲ।
ਇਹਦਾ ਮਤਲਬ ਕਿ I1 ਕਿੱਦਾਂ ਦਾ ਇੰਟੀਗਰਲ ਆ, I1 ਹੈਗਾ ਪ੍ਰੋਪਰ ਇੰਟੀਗਰਲ, ਅਤੇ ਜਿਹੜੇ ਪ੍ਰੋਪਰ ਇੰਟੀਗਰਲ ਆ ਉਹ ਹਮੇਸ਼ਾ ਕੀ ਕਰਦੇ ਆ, ਉਹ ਹਮੇਸ਼ਾ ਕਨਵਰਜੈਂਟ ਹੁੰਦੇ ਆ। ਓਕੇ, ਇਸ ਕਰਕੇ I1 ਕੀ ਆ, I1 ਤਾਂ ਹੈਗਾ ਕਨਵਰਜੈਂਟ। ਹੁਣ ਮੈਂ ਚੈੱਕ ਕਰਨਾ ਕਿ I2 ਜਿਹੜਾ ਹੈਗਾ ਵਾ, I2 ਕਨਵਰਜੈਂਟ ਹੈਗਾ ਕਿ ਨਹੀਂ ਹੈਗਾ। ਹੁਣ I2 ਵੱਲ ਜੇ ਤੁਸੀਂ ਧਿਆਨ ਨਾਲ ਵੇਖੋ ਤਾਂ I2 ਹੈਗਾ ਵਾ ਇੰਪਰੋਪਰ ਇੰਟੀਗਰਲ ਆਫ ਫਸਟ ਕਾइंड। ਓਕੇ, ਹੁਣ ਇਹਦੇ ਵਿੱਚ ਪੁਆਇੰਟ ਆਫ ਇਨਫਾਈਨਾਈਟ ਡਿਸਕੰਟੀਨਿਊਟੀ ਕੌਣ ਆ, ਇਹਦੇ ਵਿੱਚ ਆਪਾਂ ਨੂੰ ਦਿਖਦਾ ਪਿਆ ਵਾ ਕਿ ਪੁਆਇੰਟ ਆਫ ਇਨਫਾਈਨਾਈਟ ਡਿਸਕੰਟੀਨਿਊਟੀ ਹੈਗਾ ਵਾ x=∞। ਓਕੇ, ਇਸ ਕਰਕੇ ਇੱਥੇ ਹੁਣ ਕੰਪੈਰੀਜ਼ਨ ਟੈਸਟ ਲਾਉਣ ਦੀ ਲੋੜ ਪੈਣੀ ਹੈ ਆਪਾਂ ਨੂੰ, ਠੀਕ ਆ, ਕਿਉਂਕਿ ਲਿਮਿਟ x ਅਪਰੋਚਿਸ ਟੂ ਇਨਫਿਨਿਟੀ sin x/x ਆਪਾਂ ਨੂੰ ਨਹੀਂ ਪਤਾ ਕਿੰਨਾ ਹੁੰਦਾ। x ਅਪਰੋਚਿਸ ਟੂ 0 ਦਾ ਪਤਾ ਹੀ, ਉਹ ਆਪਾਂ ਹੱਲ ਕਰ ਲਿਆ। x ਅਪਰੋਚਿਸ ਟੂ ਇਨਫਿਨਿਟੀ sin x/x ਕਿੰਨਾ ਹੁੰਦਾ ਨਹੀਂ ਪਤਾ, ਇਸ ਕਰਕੇ ਹੁਣ ਆਪਾਂ ਕੰਪੈਰੀਜ਼ਨ ਟੈਸਟ ਲਾਵਾਂਗੇ, ਠੀਕ ਆ। ਹੁਣ ਆਪਾਂ ਨੂੰ ਪਤਾ ਕਿ ਜਿਹੜਾ ਸਾਈਨ ਹੈਗਾ ਵਾ ਹਮੇਸ਼ਾ 1 ਤੋਂ ਛੋਟਾ ਹੁੰਦਾ, ਸਾਈਨ ਦੀ ਵੈਲਿਊ, ਠੀਕ ਆ। ਜਿਹੜਾ ਸਾਈਨ ਦਾ ਮੋਡ ਹੁੰਦਾ ਵਾ ਹਮੇਸ਼ਾ 1 ਤੋਂ ਛੋਟਾ ਹੁੰਦਾ ਵਾ, ਠੀਕ ਆ। ਆਹ ਚੀਜ਼ ਆਪਾਂ ਨੂੰ ਪਤਾ ਵਾ ਕਿ ਮੋਡ ਆਫ ਸਾਈਨ x ਇਜ਼ ਲੈਸ ਦੈਨ ਇਕੁਅਲ ਟੂ 1। ਦੋਵੇਂ ਪਾਸੇ ਜਦੋਂ ਆਪਾਂ ਸਕੁਏਅਰਿੰਗ ਕਰਾਂਗੇ ਤਾਂ ਆਹ ਚੀਜ਼ ਬਣ ਗਈ ਜਿਹੜੀ ਲਿਖੀ ਆ, ਠੀਕ ਆ, ਕਲੀਅਰ। ਹੁਣ ਇਹਦੇ ਆਪਾਂ ਦੋਵੇਂ ਪਾਸੇ ਕੀ ਕੀਤਾ, ਇਹਦੇ ਆਪਾਂ ਦੋਵੇਂ ਪਾਸੇ x² ਨਾਲ ਡਿਵਾਈਡ ਕਰਤਾ। ਜਦੋਂ ਦੋਨੇ ਪਾਸੇ x² ਨਾਲ ਡਿਵਾਈਡ ਕਰਾਂਗੇ ਆਹ ਚੀਜ਼ ਬਣ ਗਈ। ਹੁਣ ਤੁਸੀਂ ਯਾਦ ਕਰੋ ਆਪਾਂ ਪੜ੍ਹਿਆ ਸੀ ਡਾਇਰੈਕਟ ਕੰਪੈਰੀਜ਼ਨ ਟੈਸਟ, ਮੈਂ ਦੱਸਿਆ ਕਿ 10% ਕੁਐਸਚਨ ਆ ਜਿਨ੍ਹਾਂ ਦੇ ਵਿੱਚ ਦੀ ਲੋੜ ਪੈਣੀ ਆ। ਹੁਣ ਆਪਣੇ ਕੋਲ ਦੋ ਫੰਕਸ਼ਨ ਹੋ ਗਏ, ਪਹਿਲੇ ਨੂੰ ਆਪਾਂ ਕਹਿ ਸਕਦੇ ਹਾਂ ਫੰਕਸ਼ਨ f ਆ, ਅਤੇ ਦੂਜੇ ਨੂੰ ਆਪਾਂ ਕਹਿ ਸਕਦੇ ਫੰਕਸ਼ਨ ਫਾਈ ਆ। ਹੁਣ ਜਿਹੜਾ ਫਾਈ ਫੰਕਸ਼ਨ ਆ, ਫਾਈ ਫੰਕਸ਼ਨ ਕੌਣ ਹੈ ਮੇਰਾ, ਫਾਈ ਫੰਕਸ਼ਨ ਹੈਗਾ ਮੇਰਾ 1/x²। ਇਹਦੀ ਥਾਂ 'ਤੇ ਕੀ ਆਉਂਦਾ ਪਿਆ 1/x²। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕਿ ਇਹ ਵਾਲਾ ਜਿਹੜਾ ਫਾਈ x ਹੈਗਾ ਵਾ, ਜਿਹਨੂੰ ਮੈਂ ਇੱਦਾਂ ਲਿਖ ਸਕਦਾ ਵਾਂ ਲਿਮਿਟ 1 ਤੋਂ ਇਨਫਿਨਿਟੀ 1/x², ਇਹ ਫਾਈ x ਹੀ ਆ, ਇੰਟੀਗਰਲ ਫਾਈ x ਹੀ ਆ। ਹੁਣ ਇਹ ਜਿਹੜਾ ਇੰਟੀਗਰਲ ਫਾਈ x ਆ, ਇਹਦੇ ਆਪਾਂ ਨੂੰ ਪਤਾ ਹੀ ਹੈ ਪੀ ਟੈਸਟ ਦੇ ਅਕੋਰਡਿੰਗ ਇਹ ਕੀ ਕਰਦਾ ਵਾ, ਪੀ ਟੈਸਟ ਦੇ ਅਕੋਰਡਿੰਗ ਇਹ ਕਰਦਾ ਵਾ ਕਨਵਰਜ, ਠੀਕ ਆ। ਕਿਉਂ, ਕਿਉਂਕਿ ਪੀ ਦੀ ਥਾਂ 'ਤੇ ਕੀ ਆਉਂਦਾ ਪਿਆ ਵਾ, ਪੀ ਦੀ ਥਾਂ 'ਤੇ 2 ਆਉਂਦਾ ਪਿਆ ਨਾ, ਗ੍ਰੇਟਰ ਦੈਨ 1 ਨੰਬਰ ਹੈਗਾ ਵਾ। ਇਹਦਾ ਮਤਲਬ ਕਿ ਆਹ ਜਿਹੜਾ ਆਪਣਾ ਰਾਈਟ ਹੈਂਡ ਸਾਈਡ 'ਤੇ ਆ ਫੰਕਸ਼ਨ ਪਿਆ ਵਾ, ਇਹ ਕੀ ਕਰਦਾ ਵਾ ਕਨਵਰਜ। ਜੇ ਰਾਈਟ ਹੈਂਡ ਸਾਈਡ ਵਾਲਾ ਫੰਕਸ਼ਨ ਕਨਵਰਜ ਕਰਦਾ ਵਾ ਅਤੇ ਅਕੋਰਡਿੰਗ ਟੂ ਡਾਇਰੈਕਟ ਕੰਪੈਰੀਜ਼ਨ ਟੈਸਟ ਇਹਨੇ ਵੀ ਕੀ ਕਰਨਾ ਵਾ, ਲੈਫਟ ਹੈਂਡ ਸਾਈਡ ਵਾਲੇ ਨੇ ਇਹਨੇ ਵੀ ਕਨਵਰਜ ਹੀ ਕਰਨਾ ਵਾ। ਇਸ ਕਰਕੇ ਇੱਥੇ ਲਿਖਤਾ ਵਾ ਕਿ ਜਿਹੜਾ I2 ਹੈਗਾ ਵਾ, I2 ਕੀ ਕਰਦਾ ਵਾ, ਕਨਵਰਜ ਕਰਦਾ ਵਾ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਰਿਜ਼ਲਟ ਦੱਸਿਆ ਸੀ ਕਿ ਜਦੋਂ ਦੋਵੇਂ ਇੰਟੀਗਰਲ ਕਨਵਰਜ ਕਰਦੇ ਹੋਣ ਅਤੇ ਉਹਨਾਂ ਨੂੰ ਪਲੱਸ ਕਰਕੇ ਜਿਹੜਾ ਨਵਾਂ ਇੰਟੀਗਰਲ ਬਣਦਾ ਵਾ ਉਹ ਵੀ ਕੀ ਹੁੰਦਾ ਵਾ, ਉਹ ਵੀ ਕਨਵਰਜੈਂਟ ਹੁੰਦਾ ਵਾ। ਓਕੇ, ਇਸ ਕਰਕੇ ਲਾਸਟ 'ਚ ਲਿਖਤਾ ਕਿ ਜਿਹੜਾ ਮੈਨੂੰ ਕੁਐਸਚਨ ਪੁੱਛਿਆ ਸੀ ਉਹ ਕੀ ਕਰਦਾ ਵਾ, ਉਹ ਕਨਵਰਜ ਕਰਦਾ ਵਾ, ਠੀਕ ਆ। ਆਹ ਹੈਗੀ ਸੀ ਤੁਹਾਡੀ ਪਹਿਲੀ ਐਗਜ਼ਾਮਪਲ। ਸੈਕਿੰਡ ਐਗਜ਼ਾਮਪਲ ਮੈਂ ਦੂਜੀ ਵੀਡੀਓ ਸਮਝਾਉਂਦਾ ਵਾਂ। ਓਕੇ।